ਮਸੀਹ 'ਚ ਸਾਰਿਆਂ ਨੂੰ ਇੱਕ ਵਾਰ ਦੁਬਾਰਾ ਤੁਹਾਡਾ ਇਸ ਰੱਬ ਨਾਲ ਮੇਲ ਪ੍ਰੋਗਰਾਮ 'ਚ ਵੈਲਕਮ ਕਰਦੇ, ਜੀ ਆਇਆਂ ਨੂੰ ਕਰਦੇ, ਨਿੱਘਾ ਸਵਾਗਤ ਕਰਦੇ ਕਿ ਫਿਰ ਦੁਬਾਰਾ ਤੁਸੀਂ ਪਰਮੇਸ਼ਵਰ ਯੀਸ਼ੂ ਮਸੀਹ ਦੇ ਨਾਂ ਦੇ ਵਿੱਚ ਇੱਕ ਦੂਜੇ ਨਾਲ ਅਸੀਂ ਰੂਬਰੂ ਹੋ ਸਕੀਏ, ਇੱਕ ਦੂਜੇ ਨਾਲ ਗੱਲਬਾਤ ਕਰ ਸਕੀਏ। ਦੇਖिए, ਪਰਮੇਸ਼ਵਰ ਦੀ ਮਰਜ਼ੀ ਹੈ, ਪਰਮੇਸ਼ਵਰ ਦੀ ਰਜ਼ਾ ਹੈ, ਪਰਮੇਸ਼ਵਰ ਦੀ ਬਰਕਤ ਹੈ ਕਿ ਜੇ ਇਸੇ ਪ੍ਰੋਗਰਾਮ ਦੇ ਮਾਧਿਅਮ ਨਾਲ ਅਸੀਂ ਫਿਰ ਦੁਬਾਰਾ ਪਰਮੇਸ਼ਵਰ ਦੀ ਕਿਰਪਾ, ਪਰਮੇਸ਼ਵਰ ਦੇ ਅਨੁਗ੍ਰਹਿ, ਪਰਮੇਸ਼ਵਰ ਦੇ ਭਲਾਈਆਂ ਨੂੰ ਅਸੀਂ ਯਾਦ ਕਰ ਸਕੀਏ, ਸਮਝ ਸਕੀਏ ਅਤੇ ਪਰਮੇਸ਼ਰ ਨਾਲ ਹੋਰ ਜੁੜ ਸਕੀਏ। ਦੇਖिए, ਪਰਮੇਸ਼ਰ ਦਾ ਜਿਹੜਾ ਟਾਈਮ ਹੈ ਸਾਡੇ ਲਈ ਇਹ ਬੜਾ ਇੰਪੋਰਟੈਂਟ ਹੈ। ਜਦੋਂ ਇਸ ਇੰਪੋਰਟੈਂਟ ਟਾਈਮ ਦੇ ਵਿੱਚ ਅਸੀਂ ਇੰਪੋਰਟੈਂਟ ਡਿਸੀਜ਼ਨ ਲੈਂਦੇ ਹਾਂ, ਇੰਪੋਰਟੈਂਟ ਆਪਾਂ ਆਪਣੇ ਪ੍ਰਣ ਕਰਦੇ ਹਾਂ ਆਪਣੇ ਜੀਵਨ ਦੇ ਵਿੱਚ ਕਿ ਸਾਡੇ ਸਟੈਪਸ ਸਾਡੇ ਹੈ, ਜਿਹੜੀ ਸਾਡੀ ਸਪਿਰਿਚੁਅਲ ਵਾਕ ਹੈ, ਸਾਡੀ ਆਤਮਿਕ ਜਰਨੀ ਹੈ, ਆਤਮਿਕ ਜਿਹੜੀ ਸਾਡੀ ਜ਼ਿੰਦਗੀ ਹੈ ਪਰਮੇਸ਼ਰ ਦੇ ਨਾਲ ਇੰਪੋਰਟੈਂਟ ਡਿਸੀਜ਼ਨ ਦੇ ਨਾਲ ਪੂਰੀ ਹੋਣੀ ਬਹੁਤ ਜ਼ਰੂਰੀ ਹੈ। ਜਿਹੜਾ ਨਿਰਣੇ ਅਸੀਂ ਆਪਣੇ ਜੀਵਨ ਦੇ ਵਿੱਚ ਲੈਂਦੇ ਹਾਂ ਉਹ ਸਾਡੀ ਜ਼ਿੰਦਗੀ ਨੂੰ ਇੱਕ ਨਵੀਂ ਤਬਦੀਲੀ, ਇੱਕ ਨਵੇਂ ਜੀਵਨ, ਨਵੇਂ ਸ਼ੇਪ, ਨਵੇਂ ਨਜ਼ਰੀਏ ਦੇ ਵਿੱਚ ਤਬਦੀਲ ਕਰ ਦਿੰਦਾ ਹੈ। ਦੇਖिए, ਪਰਮੇਸ਼ਰ ਨੇ ਸਾਡੇ ਲਈ ਸਾਰੇ ਕੁਝ ਰੱਖਿਆ, ਸਾਰੀ ਬਰਕਤਾਂ, ਸਾਰੀ ਭਲਾਈਆਂ ਵਾਲੀ ਗੱਲ ਪਰਮੇਸ਼ਰ ਨੇ ਸਾਡੇ ਜੀਵਨ ਨਾਲ ਰੱਖੀ ਹੈ। ਪਰ ਇੱਕ ਚੀਜ਼ ਯਾਦ ਰੱਖਣੀ ਹੈ, ਸਾਡੇ ਡਿਸੀਜ਼ਨਸ ਬੜੇ ਇੰਪੋਰਟੈਂਟ ਹੈ। ਅਸੀਂ ਕਿਸ ਤਰੀਕੇ ਨਾਲ ਡਿਸੀਜ਼ਨ ਲੈ ਰਹੇ ਹਾਂ, ਅਸੀਂ ਕਿਸ ਤਰੀਕੇ ਦੇ ਨਾਲ ਪਰਮੇਸ਼ਰ ਦੇ ਚੱਲ ਰਹੇ ਹਾਂ। ਦੇਖिए, ਫਿਰ ਅਸੀਂ ਇੱਕ ਵਾਰ ਫਿਰ ਦੁਬਾਰਾ ਜਿੱਦਾਂ ਅਸੀਂ ਇੱਕ ਦੂਜੇ ਰੂਬਰੂ ਹੁੰਦੇ ਹਾਂ, ਇੱਕ ਨਵੇਂ ਸਵਾਲ ਦੇ ਨਾਲ, ਇੱਕ ਨਵੇਂ ਜੋਸ਼ ਦੇ ਨਾਲ, ਇੱਕ ਨਵੀਂ ਜਾਗਰਤੀ ਦੇ ਨਾਲ, ਇੱਕ ਨਵੀਂ ਬਰਕਤ ਦੇ ਨਾਲ ਕਿ ਪਰਮੇਸ਼ਰ ਤੁਹਾਡੇ ਤੱਕ ਇਹ ਜੋਸ਼, ਜਾਗਰਤੀ ਔਰ ਬਰਕਤ ਤੁਹਾਡੇ ਤੱਕ ਪਹੁੰਚ ਸਕੇ। ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਤੁਸੀਂ ਤੁਹਾਡੇ ਦੁਆਵਾਂ, ਤੁਹਾਡੀਆਂ ਪ੍ਰਾਰਥਨਾ, ਤੁਹਾਡੀਆਂ ਜਿੰਨੇ ਵੀ ਜਿਹੜੇ ਹੌਸਲਾ ਅਫਜ਼ਾਈ ਵਾਲੇ ਜਿਹੜੇ ਸ਼ਬਦ ਨੇ ਸਾਡੇ ਤੱਕ ਪਹੁੰਚਦੇ ਨੇ, ਸਾਨੂੰ ਇੱਕ ਹੌਸਲਾ ਬਖਸ਼ਦੀ ਹੈ ਕਿ ਅਸੀਂ ਫਿਰ ਦੁਬਾਰਾ ਤੁਹਾਡੇ ਨਾਲ ਇਹ ਰੂਬਰੂ ਕਰ ਸਕੀਏ, ਤੁਹਾਡੇ ਨਾਲ ਗੱਲਬਾਤ ਕਰ ਸਕੀਏ। ਦੇਖिए, ਅੱਜ ਦਾ ਟਾਈਮ ਸਾਡੇ ਲਈ ਬੜਾ ਇੰਪੋਰਟੈਂਟ ਹੈ ਅਤੇ ਇਸ ਇੰਪੋਰਟੈਂਟ ਟਾਈਮ ਦੇ ਵਿੱਚ ਅਸੀਂ ਇੱਕ ਨਵੇਂ ਡਿਸੀਜ਼ਨ ਨੂੰ ਸਿੱਖਣ ਜਾ ਰਹੇ ਹਾਂ, ਸਮਝਣ ਜਾ ਰਹੇ ਹਾਂ। ਕਿਉਂਕਿ ਸਾਨੂੰ ਫਿਰ ਇੱਕ ਸਵਾਲ ਹੈ ਸਾਡੇ ਜੀਵਨ ਨੂੰ ਮਿਲਦਾ ਹੈ, ਫਿਰ ਇੱਕ ਸਵਾਲ ਸਾਡੇ ਜੀਵਨ ਨੂੰ ਅੱਗੇ ਵਧਾਉਣ ਵਾਸਤੇ ਇੱਕ ਨਵਾਂ ਸਵਾਲ ਖੜ੍ਹਾ ਹੁੰਦਾ ਕਿ ਅਸੀਂ ਉਸ ਸਵਾਲ ਨੂੰ ਆਪਣੇ ਜੀਵਨ ਦੇ ਵਿੱਚ ਉੱਤਰ ਦੇ ਨਾਲ ਤਬਦੀਲ ਕਰ ਸਕੀਏ, ਉੱਤਰ ਦੇ ਨਾਲ ਉਹਨੂੰ ਪੂਰੀ ਤਰ੍ਹਾਂ ਭਰਪੂਰੀ ਦੇ ਨਾਲ ਉਹਨੂੰ ਆਪਣੇ ਜੀਵਨ 'ਚ ਰੱਖ ਸਕੀਏ ਅਤੇ ਸਾਡੀ ਜੀਵਨ ਦਾ ਜਿਹੜਾ ਨਜ਼ਰੀਆ ਬਦਲ ਸਕੇ। ਦੇਖिए, ਪਰਮੇਸ਼ਰ ਨੇ ਅੱਜ ਸਮੇਂ ਦੇ ਵਿੱਚ ਸਾਡੇ ਲਈ ਇੱਕ ਪ੍ਰਣ ਕੀਤਾ ਹੈ, ਸਾਡੇ ਲਈ ਇੱਕ ਸੇਵਾ ਰੱਖੀ ਹੈ। ਉਸ ਸੇਵਾ ਦਾ ਨਾਂ ਹੈ ਉਹਦੀ ਆਗਿਆ ਨੂੰ ਪੂਰਾ ਕਰਨਾ। ਇਹੀ ਇੱਕ ਸਾਡੇ ਲਈ ਸਭ ਤੋਂ ਵੱਡੀ ਸੇਵਾ, ਜਦੋਂ ਅਸੀਂ ਉਹਦੀ ਆਗਿਆ ਨੂੰ ਪੂਰਾ ਕਰਦੇ ਹਾਂ, ਉਹਦੀ ਮਰਜ਼ੀ ਨੂੰ ਪੂਰਾ ਕਰਦੇ, ਉਹਦੀ ਰਜ਼ਾ ਨੂੰ ਪੂਰਾ ਕਰਦੇ ਹਾਂ। ਦੇਖिए, ਪਰਮੇਸ਼ਰ ਨੇ ਸਾਨੂੰ ਇਸ ਦੁਨੀਆ ਦੇ ਵਿੱਚ ਸਿਰਫ ਉਹਦੀ ਆਰਾਧਨਾ ਅਤੇ ਪਲੱਸ ਉਹਦੀ ਆਗਿਆ ਨੂੰ ਪੂਰਾ ਕਰਨ ਲਈ ਬਣਾਇਆ ਹੈ ਕਿ ਅਸੀਂ ਉਹਦੇ ਹੁਕਮ ਦੇ ਵਿੱਚ ਚੱਲ ਸਕੀਏ, ਉਹਦੀ ਮਰਜ਼ੀ ਦੇ ਅਨੁਸਾਰ ਚੱਲ ਸਕੀਏ, ਉਹਦੀ ਸੋਚ ਦੇ ਨਾਲ ਚੱਲ ਸਕੀਏ। ਅਤੇ ਉਸੇ ਸੋਚ ਦੇ ਨਾਲ ਸਾਨੂੰ ਅੱਜ ਫਿਰ ਇੱਕ ਸਵਾਲ ਜਿਹੜਾ ਹੈ ਸਾਡੇ ਬ੍ਰਦਰ ਕੈਲੀਫੋਰਨੀਆ 'ਚ ਉਹਨਾਂ ਨੇ ਸਾਨੂੰ ਲਿਖਿਆ ਹੈ, ਉਹ ਪੁੱਛਦੇ ਨੇ ਇਸ ਤਰ੍ਹਾਂ, ਉਹਨਾਂ ਨੇ ਸਾਨੂੰ ਸਵਾਲ ਭੇਜਿਆ। ਉਹ ਕਹਿੰਦੇ ਆ ਕਿ ਮੈਂ ਆਪਣੀ ਜੀਵਨ ਨੂੰ ਪਰਮੇਸ਼ਵਰ ਦੇ ਨਾਲ ਬਹੁਤ ਅੱਛੀ ਤਰੀਕੇ ਨਾਲ ਹੁਣ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਤੁਹਾਡੇ ਇਸ ਪ੍ਰੋਗਰਾਮ ਦੇ ਮਾਧਿਅਮ ਦੇ ਨਾਲ ਮੈਨੂੰ ਬੜਾ ਅੱਛਾ ਮਹਿਸੂਸ ਹੁੰਦਾ ਹੈ ਕਿ ਫਿਰ ਮੈਂ ਰੱਬ ਦੀ ਰਜ਼ਾ ਨੂੰ ਪੂਰਾ ਕਰ ਸਕਾਂ, ਰੱਬ ਦੀ ਮਰਜ਼ੀ ਨੂੰ ਪੂਰਾ ਕਰ ਸਕਾਂ, ਰੱਬ ਦੇ ਪਿਆਰ ਨੂੰ ਮੈਂ ਆਪਣੇ ਜੀਵਨ ਦੇ ਵਿੱਚ ਮਹਿਸੂਸ ਕਰਦਾ ਹਾਂ। ਪਰ ਮੇਰਾ ਇੱਕ ਸਵਾਲ ਹੈ, ਮੈਂ ਚਾਹੁੰਦਾ ਹਾਂ ਕਿ ਤੁਹਾਡੇ ਤੋਂ ਸਵਾਲ ਪੁੱਛਾਂ ਕਿ ਅਗਰ ਮੈਂ ਆਪਣੇ ਜੀਵਨ ਦੇ ਵਿੱਚ ਰੱਬ ਦੀ ਰਜ਼ਾ ਨੂੰ ਪੂਰਾ ਕਰ ਰਿਹਾ ਕਿ ਮਸੀਹੀ ਜੀਵਨ ਨੂੰ ਮੈਂ ਚਲਾ ਰਿਹਾ, ਅਤੇ ਬਪਤਿਸਮਾ ਮੇਰੇ ਜੀਵਨ ਦੇ ਵਿੱਚ ਕੀ ਇੰਪੋਰਟੈਂਟ ਰੱਖਦਾ ਹੈ, ਕੀ ਉਹਦਾ ਇੱਕ ਇੰਪੋਰਟੈਂਟ ਪਾਰਟ ਮੇਰੇ ਜੀਵਨ ਦੇ ਵਿੱਚ ਹੈ। ਦੇਖिए, ਇਹ ਇੱਕ ਸਵਾਲ ਜਿਹੜਾ ਸਾਡੇ ਬ੍ਰਦਰ ਜੀ ਜਿਹੜੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਜਿਹੜਾ ਸਵਾਲ ਪੁੱਛਿਆ ਬਪਤਿਸਮੇ ਦੇ ਬਾਰੇ। ਦੇਖिए, ਬੈਪਟਿਜ਼ਮ ਇੱਕ ਬਹੁਤ ਵੱਡਾ ਕੋਵਨੈਂਟ ਹੈ, ਬਹੁਤ ਵੱਡਾ ਵਾਚਾ ਹੈ, ਬਹੁਤ ਵੱਡਾ ਇੱਕ ਜ਼ਰੀਆ ਹੈ ਜਿਸ ਲਈ ਅਸੀਂ ਪ੍ਰਭੂ ਦੀ ਰਜ਼ਾ ਨੂੰ ਪੂਰਾ ਕਰਦੇ ਹਾਂ। ਦੇਖिए, ਜਦੋਂ ਅਸੀਂ ਪਰਮੇਸ਼ਵਰ ਦੇ ਨਾਲ ਜੁੜਦੇ ਹਾਂ, ਪਰਮੇਸ਼ਵਰ ਦੇ ਨਾਲ ਆਪਣੇ ਜੀਵਨ ਨੂੰ ਕਨੈਕਟ ਕਰਦੇ ਹਾਂ, ਪਰਮੇਸ਼ਵਰ ਦੀ ਬਾਣੀ ਨੂੰ ਸਮਝਦੇ ਹਾਂ, ਸਿੱਖਦੇ ਹਾਂ, ਉਸੇ ਤਰ੍ਹਾਂ ਪਰਮੇਸ਼ਵਰ ਨੇ ਸਾਡੇ ਲਈ ਬਹੁਤ ਅੱਛੇ ਪਾਥ ਬਣਾਏ ਹੋਏ ਹੈ, ਬਹੁਤ ਅੱਛੇ ਕਮੈਂਡਮੈਂਟਸ ਰੱਖੇ ਹੋਏ ਹੈ, ਬਹੁਤ ਅੱਛੇ ਆਗਿਆਂ ਰੱਖੀਆਂ ਹੋਈਆਂ। ਦੇਖिए, ਜਿਹੜਾ ਬਪਤਿਸਮਾ ਦਾ ਪਾਰਟ ਹੈ, ਜਿਹਨੂੰ ਬੈਪਟਿਜ਼ਮ ਕਿਹਾ ਜਾਂਦਾ ਹੈ, ਇੱਕ ਸਾਡੇ ਜੀਵਨ ਦੇ ਵਿੱਚ ਇੱਕ ਸਲਵੇਸ਼ਨ ਦਾ ਬਹੁਤ ਵੱਡਾ ਪਾਰਟ ਹੈ। ਉਹ ਇੱਕ ਆਗਿਆ ਹੈ ਜਿਹੜੀ ਅਸੀਂ ਪ੍ਰਭੂ ਯਿਸੂ ਦੇ ਨਾਂ ਦੇ ਵਿੱਚ ਉਹਨੂੰ ਪੂਰਾ ਕਰਦੇ ਹਾਂ।
ਜਦੋਂ ਅਸੀਂ ਪ੍ਰਭੂ ਦੇ ਵਚਨ ਨੂੰ ਪੜ੍ਹਦੇ ਹਾਂ, ਅਗਰ ਅਸੀਂ ਆਪਣੀ ਮਤੀ ਦੀ ਅੰਜੀਲ ਅਗਰ ਅਸੀਂ ਦੇਖਦੇ ਹਾਂ ਉਹਦਾ 28 ਬਾਪ ਅਤੇ ਉਹਦੇ 19 ਦੇ ਵਿੱਚ ਲਿਖਦੇ ਹਾਂ, ਉੱਥੇ ਲਿਖਿਆ ਕਿ ਤੁਸੀਂ ਜਾਓ ਜਾ ਕੇ ਸਾਰੀ ਜਾਤੀਆਂ ਨੂੰ ਬਾਪ ਬੇਟੇ ਪਾਂਖ ਰੂਹ ਦੇ ਨਾਂ ਦੇ ਵਿੱਚ ਬਪਤਿਸਮਾ ਦਿੱਤਾ ਜਾਵੇ। ਇਹ ਕਮਾਂਡ ਕੀਤਾ ਗਿਆ ਹੈ, ਪਰਮੇਸ਼ਰ ਨੇ ਹੁਕਮ ਦਿੱਤਾ ਹੈ ਨਾ। ਜਦੋਂ ਕਮਾਂਡ ਹੁੰਦਾ ਹੈ, ਜਦੋਂ ਹੁਕਮ ਹੁੰਦਾ ਹੈ, ਉਹਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਸਾਡੇ ਲਈ ਇਸ ਪਰਮੇਸ਼ਰ ਨੇ ਇਸ ਚੀਜ਼ ਨੂੰ ਪੂਰਾ ਕੀਤਾ ਕਿ ਇਸ ਚੀਜ਼ ਰੀਤੀ ਨੂੰ, ਇਸ ਕਾਰਜ ਨੂੰ, ਇਸ ਕਾਰਜ ਨੂੰ ਆਪਣੇ ਜੀਵਨ ਦੇ ਥਰੂ ਪੂਰਾ ਕਰ ਸਕੀਏ। ਪਰਮੇਸ਼ਰ ਤੁਹਾਡੇ ਦਿਲਾਂ ਅਤੇ ਗੁਰਦਿਆਂ ਨੂੰ ਜਾਂਚਣ ਵਾਲਾ ਪਰਮੇਸ਼ਰ ਹੈ। ਪਰਮੇਸ਼ਰ ਸਮਝਦਾ ਹੈ ਕਿ ਤੁਹਾਡਾ ਅਹਿਸਾਸ, ਤੁਹਾਡੇ ਇਮੋਸ਼ਨਸ ਨੇ ਪਰਮੇਸ਼ਰ ਦੇ ਨਾਲ ਕਿਸ ਤਰੀਕੇ ਨਾਲ ਜੁੜੇ ਹੋਏ ਹੈ। ਦੇਖੇ, ਜਦੋਂ ਤੱਕ ਅਸੀਂ ਇਸ ਇਮੋਸ਼ਨ ਨੂੰ ਇੱਕ ਆਗਿਆ ਦੇ ਵਿੱਚ ਤਬਦੀਲ ਨਹੀਂ ਕਰਦੇ, ਓਬੀਡੀਐਂਸ ਪਾਰਟ ਦੇ ਵਿੱਚ ਇਹਨੂੰ ਤਬਦੀਲ ਨਹੀਂ ਕਰਦੇ ਹਾਂ, ਉਦੋਂ ਤੱਕ ਅਸੀਂ ਆਪਣੇ ਜੀਵਨ ਨੂੰ ਕੰਪਲੀਟਲੀ ਭਰਪੂਰੀ ਦੇ ਨਾਲ ਰੱਬ ਦੇ ਨਾਲ ਆਪਾਂ ਕਨੈਕਟ ਨਹੀਂ ਕਰ ਪਾਉਂਦੇ ਹਾਂ। ਦੇਖिए, हमेशा साडे जीवन दे एक जरिया परमेश्वर ने हमेशा बना के रखा कि तुसी उहदी आग्या नूं पूरा करिए। अगर तुहाडे जीवन दे विच तुसी वॉक कर रहे हो, अपने पिता दी आग्या नूं मनन दी हर एक कोशिश कर रहे हो, तो ये भी एक आग्या है, ये भी कोवेनेंट है, यही एक वाचा है कि ਤੁਸੀਂ ਇਹਨੂੰ ਵੀ ਪੂਰਾ ਕਰ ਸਕੀਏ, ਇਹਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਬਹੁਤਾਈ ਦੇ ਨਾਲ ਰੱਖ ਕੇ ਕਹਿ ਸਕੀਏ, ਪ੍ਰਭੂ ਜੀ ਮੈਂ ਤੇਰੇ ਇਸ ਹੁਕਮ ਨੂੰ ਪੂਰਾ ਕਰਦਾ। ਦੇਖੇ, ਬੈਪਟਿਜ਼ਮ ਦਾ ਮਤਲਬ ਕੀ ਹੈ? ਪਹਿਲਾਂ ਬੈਪਟਿਜ਼ਮ ਨੂੰ ਜਦੋਂ ਸਮਝਦੇ ਹਾਂ, ਬਪਤਿਸਮੇ ਨੂੰ ਜਦੋਂ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਹਾਂ, ਪਰਮੇਸ਼ਰ ਦਾ ਕਹਿਣ ਦਾ ਮਤਲਬ ਹੈ ਕਿ ਜਦੋਂ ਇੱਕ ਇਨਸਾਨ ਆਪਣੀ ਪੂਰੀ ਆਦਤਾਂ ਤੋਂ, ਆਪਣੀ ਪੁਰਾਣੀ ਗਲਤੀਆਂ ਤੋਂ, ਆਪਣੀ ਪੁਰਾਣੀ ਸੋਚ ਤੋਂ, ਪੁਰਾਣੀ ਵਿਚਾਰਾਂ ਤੋਂ ਉਹ ਬਦਲ ਜਾਂਦਾ ਹੈ। ਜਦੋਂ ਬੈਪਟਿਜ਼ਮ ਦਾ ਮਤਲਬ ਹੈ ਕਿ ਤੁਸੀਂ ਆਪਣੀ ਪੁਰਾਣੀ ਸਾਰੀ ਹਰਕਤਾਂ, ਆਪਣੀ ਸਾਰੀ ਸੋਚ ਨੂੰ ਤੁਸੀਂ ਉਹਨੂੰ ਤਿਆਗ ਦਿੰਦੇ ਹੋ, ਉਹਨੂੰ ਛੱਡ ਦਿੰਦੇ ਹੋ, ਉਹਨੂੰ ਖਤਮ ਕਰ ਦਿੰਦੇ ਹੋ। ਇੱਕ ਰੀਤੀ ਹੈ ਜਿਸ ਚੀਜ਼ ਨੂੰ ਪਰਮੇਸ਼ਰ ਕਹਿੰਦਾ ਕਿ ਤੁਸੀਂ ਇਸ ਨੂੰ ਪੂਰਾ ਕੀਤਾ ਜਾ ਸਕੇ ਵਿਦ ਓਬੀਡੀਐਂਸ, ਹੈ ਨਾ, ਉਹਦੀ ਆਗਿਆ ਦੇ ਵਿੱਚ ਬਣ ਕੇ, ਉਹਨੂੰ ਉਹਦੀ ਸਾਰੀ ਗੱਲ ਨੂੰ ਸਮਝ ਕੇ। ਇੱਕ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਨੇ ਇਹ ਹੁਕਮ ਦਿੱਤਾ ਹੈ ਕਿ ਅਸੀਂ ਉਸ ਚੀਜ਼ ਨੂੰ ਪੂਰਾ ਕਰੀਏ ਕਿ ਆਪਣੇ ਪੁਰਾਣੇ ਇਨਸਾਨ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਦੇਖੇ, ਵਚਨ ਦੇ ਵਿੱਚ ਇੱਕ ਸਾਫ਼ ਲਿਖਿਆ ਹੈ ਕਿ ਇੱਕ ਇਨਸਾਨ ਪਰਮੇਸ਼ਰ ਦੇ ਕੋਲ ਆਇਆ, है ना, वो इंसान परमेश्वर ਨੂੰ ਪੁੱਛਣ ਲੱਗਾ ਕਿ ਮੈਂ ਇੱਕ ਨਵਾਂ ਜੀਵਨ ਕਿੱਦਾਂ ਪਾ ਸਕਦਾ ਹੈ, ਇੱਕ ਨਵੀਂ ਵਿਚਾਰ, ਨਵਾਂ ਸੋਚ ਅਤੇ ਨਵੀਂ ਖਿਆਲਾਤ ਮੇਰੇ ਜੀਵਨ ਨੂੰ ਕਿੱਦਾਂ ਮੇਰੇ ਜੀਵਨ 'ਚ ਆ ਸਕਦੇ, ਮੈਂ ਇੱਕ ਨਵੇਂ ਸਿਰੋਂ ਕਿੱਦਾਂ ਜਨਮ ਲੈ ਸਕਦਾ ਹੈ ਨਾ। ਪਰਮੇਸ਼ਰ ਨੇ ਤਾਂ ਹੀ ਕਿਹਾ ਸੀ ਕਿ ਦੁਬਾਰਾ ਸਿਰੋਂ ਜਨਮ ਲੈਣਾ ਬਹੁਤ ਜ਼ਰੂਰੀ ਹੈ। ਤੁਹਾਨੂੰ ਦੁਬਾਰਾ ਪਰਮੇਸ਼ਰ ਦੇ ਵਿੱਚ ਪੈਦਾ ਹੋਣਾ ਬਹੁਤ ਜ਼ਰੂਰੀ ਹੈ। ਦੁਬਾਰਾ ਤੁਹਾਡੀ ਸੋਚ ਨੂੰ ਨਵੇਂ ਸਿਰੋਂ ਪੈਦਾ ਹੋਣਾ ਬਹੁਤ ਜ਼ਰੂਰੀ ਹੈ। ਦੁਬਾਰਾ ਤੁਹਾਡੇ ਖਿਆਲਾਤ ਨੂੰ ਪੈਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਦੁਬਾਰਾ ਤੁਹਾਡੀ ਹਰ ਇੱਕ ਐਫਰਟਸ ਨੂੰ ਇੱਕ ਨਿਊ ਸ਼ੇਪ ਦੇ ਵਿੱਚ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਸੇ ਤਰ੍ਹਾਂ ਪਰਮੇਸ਼ਰ ਨੂੰ ਅੱਗੇ ਦੇ ਕੇ ਤੂੰ ਦੁਬਾਰਾ ਜਨਮ ਲੈਣਾ ਤੇਰੇ ਲਈ ਬਹੁਤ ਜ਼ਰੂਰੀ ਹੈ। ਦੇਖਿਏ, ਤਾਂ ਹੀ ਉਸ ਇਨਸਾਨ ਨੇ ਜਦੋਂ ਪਰਮੇਸ਼ਰ ਤੋਂ ਪੁੱਛਿਆ ਤਾਂ ਉਹ ਕਹਿਣ ਲੱਗਾ ਕਿ ਮੈਂ ਦੁਬਾਰਾ ਕਿੱਦਾਂ ਜਨਮ ਲੈ ਸਕਦਾ ਹਾਂ, ਦੁਬਾਰਾ ਆਪਣੀ ਮਾਂ ਦੀ ਕੁੱਖ ਤੋਂ ਮੈਂ ਕਿੱਦਾਂ ਜਨਮ ਲੈ ਸਕਦਾ ਹਾਂ। ਪਰਮੇਸ਼ਰ ਨੇ ਕਿਹਾ ਕਿ ਤੁਸੀਂ ਆਪਣੇ ਆਪ ਨੂੰ ਤਬਦੀਲ ਕਰਕੇ ਉਸ ਆਗਿਆ ਦੇ ਵਿੱਚ ਆਪਣੇ ਆਪ ਨੂੰ ਪਾ ਕੇ ਆਪਣੇ ਜੀਵਨ ਨੂੰ ਉਹਦੇ ਵਿੱਚ ਕਨੈਕਟ ਕਰਕੇ ਤੁਸੀਂ ਆਪਣੇ ਜੀਵਨ ਨੂੰ ਤਬਦੀਲ ਕਰ ਸਕਦੇ ਹੋ। ਤਾਂ ਹੀ ਪਰਮੇਸ਼ਰ ਨੇ ਕਿਹਾ ਤੁਹਾਨੂੰ ਬੈਪਟਿਜ਼ਮ ਲੈਣਾ ਬਹੁਤ ਜ਼ਰੂਰੀ ਹੈ। ਤੁਹਾਡਾ ਬਪਤਿਸਮਾ ਦਾ ਪਾਰਟ ਸਾਡੇ ਜੀਵਨ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਬਾਪ ਬੇਟਾ ਪਾਂਖ ਰੂਹ ਦੇ ਨਾਂ ਦੇ ਵਿੱਚ ਬਪਤਿਜ਼ਮ ਲੈਂਦੇ ਹਾਂ, ਬਪਤਿਸਮਾ ਲੈਂਦੇ ਹਾਂ, ਅਸੀਂ ਪ੍ਰਣ ਕਰਦੇ ਹਾਂ ਕਿ ਅਸੀਂ ਪਰਮੇਸ਼ਵਰ ਦੀ ਰਜ਼ਾ ਨੂੰ ਪੂਰਾ ਕਰ ਰਹੇ ਹਾਂ ਅਤੇ ਉਹਦੀ ਮੌਤ ਵਾਲੀ ਜ਼ਿੰਦਗੀ, ਜਿਹੜੀ ਮੌਤ ਉਹਨੇ ਸਾਡੇ ਪਾਪਾਂ, ਸਾਡੇ ਗੁਨਾਹ, ਸਾਡੇ ਸਾਰੇ ਗਲਤ ਕੰਮ ਆਪਣੇ ਉੱਤੇ ਲੈ ਲਏ ਹੈ ਅਤੇ ਅਸੀਂ ਉਹਦੀ ਆਗਿਆ ਨੂੰ ਪੂਰਾ ਕਰਦੇ ਹਾਂ। ਕਿ ਅਸੀਂ ਜਦੋਂ ਬੈਪਟਿਜ਼ਮ ਲੈਂਦੇ ਹਾਂ, ਅਸੀਂ ਕਹਿੰਦੇ ਕਿ ਪ੍ਰਭੂ ਜੀ ਹੁਣ ਮੇਰੇ ਜਿਹੜਾ ਪਹਿਲਾਂ ਇਨਸਾਨ ਜਿਸ ਤਰੀਕੇ ਨਾਲ ਮੈਂ ਆਪਣੇ ਜੀਵਨ ਨੂੰ ਬਤੀਤ ਕਰ ਰਿਹਾ ਸੀਗਾ, ਚੱਲ ਰਿਹਾ ਸੀਗਾ, ਉਸ ਬਾਰੇ ਸੋਚ ਰਿਹਾ ਸੀਗਾ, ਹੁਣ ਉਹ ਇਨਸਾਨ ਹੁਣ ਦੁਬਾਰਾ ਨਹੀਂ ਹੈ। ਜਦੋਂ ਤੁਸੀਂ ਆਪਣੇ ਆਪ ਨੂੰ ਇਹਨੂੰ ਜੋ ਵਾਟਰ ਦੇ ਵਿੱਚ ਇਮਰਜ ਕਰਦੇ ਹੋ, ਤੁਸੀਂ ਪਾਣੀ ਦੇ ਵਿੱਚ ਆਪਣੇ ਆਪ ਨੂੰ ਇਮਰਜ ਕਰਦੇ ਹੋ, ਉਹਦਾ ਮਤਲਬ ਇਹੀ ਹੈ ਕਿ ਤੁਸੀਂ ਪੁਰਾਣਾ ਇਨਸਾਨ ਪਾਣੀ ਦੇ ਵਿੱਚ ਜਾਂਦਾ ਹੈ ਅਤੇ ਇੱਕ ਨਵਾਂ ਇਨਸਾਨ ਪਾਣੀ ਦੇ ਵਿੱਚੋਂ ਨਿਕਲਦਾ ਹੈ। ਦੇਖੋ, ਜਦੋਂ ਯਿਸੂ ਨੇ ਪਰਮੇਸ਼ਰ ਯਿਸੂ ਮਸੀਹ ਨੇ ਜਦੋਂ ਬਪਤਿਸਮਾ ਲਿਆ, ਉਹਨਾਂ ਨੂੰ ਵੀ ਬਪਤਿਸਮਾ ਲੈਣਾ ਬਹੁਤ ਜ਼ਰੂਰੀ ਸੀ। ਉਹਨਾਂ ਨੇ ਵੀ ਕਿਹਾ ਕਿ ਇਹ ਰੀਤੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਸੇ ਰੀਤੀ ਤੋਂ ਇਨਸਾਨ ਸਿੱਖਦਾ ਹੈ, ਸਮਝਦਾ ਹੈ ਕਿ ਇਸ ਚੀਜ਼ ਨੂੰ ਪੂਰਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਦੇਖिए,
ਤਾਂ ਹੀ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਪਰਮੇਸ਼ਵਰ ਇਸ ਦੁਨੀਆ 'ਚ ਸਾਰੀਆਂ ਗੱਲਾਂ ਨੂੰ ਪੂਰਾ ਕਰਨ ਲਈ ਆਇਆ ਹੈ, ਬਲਕਿ ਉਹਨੂੰ ਖੰਡਨ ਕਰਨ ਲਈ ਨਹੀਂ ਆਇਆ, ਉਹਨੂੰ ਅਬੋਲਿਸ਼ ਕਰਨ ਲਈ ਨਹੀਂ ਆਇਆ, ਬਟ ਹੀ ਜਸਟ ਕੇਮ ਟੂ ਫੁਲਫਿਲ ਈਚ ਐਂਡ ਐਵਰੀਥਿੰਗ, ਹੈ ਨਾ। ਉਹਨੂੰ ਪੂਰਾ ਕਰਨ ਦੇ ਵਾਸਤੇ ਪਰਮੇਸ਼ਵਰ ਆਇਆ ਹੈ। ਤਾਂ ਹੀ ਪਰਮੇਸ਼ਵਰ ਨੇ ਕਿਹਾ ਕਿ ਜਦੋਂ ਪਰਮੇਸ਼ਵਰ ਪਾਣੀ ਦੇ ਵਿੱਚੋਂ ਬਾਹਰ ਆਏ ਤਾਂ ਆਕਾਸ਼ ਖੁੱਲ੍ਹ ਗਿਆ, ਆਕਾਸ਼ ਤੋਂ ਇੱਕ ਆਵਾਜ਼ ਆਈ, ਇਹ ਮੇਰਾ ਪਿਆਰਾ ਪੁੱਤਰ ਜਿਸ ਤੋਂ ਮੈਂ ਖੁਸ਼ ਹਾਂ, ਜਿਸ ਤੋਂ ਮੈਂ ਪ੍ਰਸੰਨ ਹਾਂ, ਅਤੇ ਮੈਂ ਆਪਣੇ ਇਸ ਪੁੱਤਰ ਤੋਂ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰਦਾ ਕਿ ਇਹਨੇ ਆਗਿਆ ਨੂੰ ਪੂਰਾ ਕੀਤਾ ਹੈ। ਦੇਖੇ ਪਰਮੇਸ਼ਵਰ ਦੇ ਖੁਦ ਬਪਤਿਸਮਾ ਇਸ ਕਰਕੇ ਲਿਆ ਕਿ ਉਹ ਸਾਨੂੰ ਦੱਸਣਾ ਚਾਹੁੰਦੇ ਸੀ, ਦਿਖਾਉਣਾ ਚਾਹੁੰਦੇ ਸੀਗੇ ਕਿ ਆਗਿਆ ਦੇ ਵਿੱਚ ਰਹਿਣਾ ਕਿੰਨਾ ਜ਼ਰੂਰੀ ਹੈ। ਦੋ ਕਿ ਪਰਮੇਸ਼ਵਰ ਨੂੰ ਬਪਤਿਸਮਾ ਲੈਣ ਦੀ ਲੋੜ ਨਹੀਂ ਸੀ, ਕਿਉਂਕਿ ਉਹ ਖੁਦ ਰੱਬ ਸੀ, ਉਹ ਖੁਦ ਪਰਮੇਸ਼ਵਰ ਹੈ, ਉਹ ਖੁਦ ਪਿਤਾ ਹੈ, ਉਹ ਖੁਦ ਸ੍ਰਿਸ਼ਟੀ ਕਰਤਾ ਹੈ। ਪਰ ਪਰਮੇਸ਼ਵਰ ਨੇ ਉਸ ਓਬੀਡੀਐਂਸ ਪਾਰਟ ਨੂੰ ਪੂਰਾ ਕੀਤਾ ਹੈ, ਉਸ ਆਗਿਆ ਨੂੰ ਪੂਰਾ ਕੀਤਾ ਹੈ। ਅੱਜ ਉਸੇ ਆਗਿਆ ਨੂੰ ਅਸੀਂ ਪੂਰਾ ਕਰ ਸਕੀਏ। ਦੇਖੀਏ ਕਈ ਸਵਾਲ ਸਾਡੇ ਜ਼ਿਹਨ ਦੇ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚ ਆ ਜਾਂਦੇ ਹਨ, ਜਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਮਹਿਸੂਸ ਕਰਦੇ ਕਿ ਨਹੀਂ ਇਹ ਔਖਾ ਪਾਠ ਹੈ, ਇਹ ਚੀਜ਼ਾਂ ਕਿਉਂ ਹੋਣੀ ਚਾਹੀਦੀਆਂ, ਇਹ ਚੀਜ਼ਾਂ ਸਾਡੀ ਜ਼ਿੰਦਗੀ ਦੇ ਨਾਲ ਕਨੈਕਟ ਕਰੇਗੀ ਤਾਂ ਹੀ ਕਿ ਅਸੀਂ ਰੱਬ ਨਾਲ ਜੁੜ ਸਕਦੇ ਹਾਂ। ਦੇਖੀਏ ਪਰਮੇਸ਼ਵਰ ਦਾ ਹੁਕਮ ਹੈ, ਪਰਮੇਸ਼ਵਰ ਦੇ ਕਾਨੂੰਨ ਹੈ, ਇਹਨੂੰ ਆਪਾਂ ਕਾਨੂੰਨੀ ਕਿਤਾਬ ਵੀ ਕਹਿੰਦੇ ਹਾਂ, ਹੈ ਨਾ। ਇਹ ਪਰਮੇਸ਼ਵਰ ਦਾ ਲਾਅ, ਦ ਬੁੱਕ ਆਫ ਲਾਅ ਹੈ, ਕਾਨੂੰਨ ਦੇ ਵਿੱਚ ਹੈ, ਕਿਉਂਕਿ ਅਸੀਂ ਕਾਨੂੰਨ ਦੇ ਵਿੱਚ ਆਏ ਹੋਏ ਹਾਂ, ਅਸੀਂ ਸ਼ਰ੍ਹਾ ਦੇ ਵਿੱਚ ਹਾਂ, ਅਸੀਂ ਉਹਦੀ ਮਰਜ਼ੀ ਦੇ ਵਿੱਚ ਹਾਂ, ਉਹਦੇ ਹਰ ਇੱਕ ਕਮੈਂਡਮੈਂਟਸ ਦੇ ਵਿੱਚ ਹਾਂ। ਜਦੋਂ ਅਸੀਂ ਉਹਦੇ ਕਾਨੂੰਨ ਦੀ ਗੱਲਾਂ ਦੇ ਵਿੱਚ ਹਾਂ, ਅਸੀਂ ਉਸ ਕਾਨੂੰਨੀ ਗੱਲਾਂ ਨੂੰ ਪੂਰਾ ਵੀ ਕਰਨਾ ਹੈ, ਉਸ ਸ਼ਰ੍ਹਾ ਨੂੰ ਵੀ ਪੂਰਾ ਕਰਨਾ ਹੈ, ਉਹਦੀ ਸਾਰੀ ਆਗਿਆ ਨੂੰ ਵੀ ਪੂਰਾ ਕਰਨਾ ਹੈ। ਦੇਖੀਏ ਤੁਹਾਡੇ ਲਈ ਅਤੇ ਸਾਡੇ ਲਈ ਅਤੇ ਸਾਰੇ ਲੋਕਾਂ ਲਈ ਪਰਮੇਸ਼ਰ ਨੇ ਇੱਕ ਬਹੁਤਾਈ ਦਾ ਜੀਵਨ ਰੱਖਿਆ ਹੈ। ਜਦੋਂ ਅਸੀਂ ਬੇਝਿਜਕ ਹੋ ਕੇ ਅਸੀਂ ਕਹਿੰਦੇ ਕਿ ਪ੍ਰਭੂ ਜੀ ਤੇਰੇ ਹੁਕਮ ਮੇਰੇ ਜੀਵਨ ਦੇ ਵਿੱਚ ਪੂਰੇ ਹੋ ਸਕਣ, ਪ੍ਰਭੂ ਤੇਰੀ ਮਰਜ਼ੀ ਮੇਰੇ ਜੀਵਨ ਦੇ ਵਿੱਚ ਪੂਰੀ ਹੋ ਸਕੇ, ਕਿਉਂਕਿ ਇਹ ਸਵਾਲ ਤੁਹਾਡੇ ਜੀਵਨ 'ਚ ਇਸ ਕਰਕੇ ਆਇਆ ਹੈ ਕਿਉਂਕਿ ਤੁਸੀਂ ਪ੍ਰਭੂ ਦੀ ਰਜ਼ਾ ਨੂੰ ਪੂਰਾ ਕਰ ਰਹੇ ਹੋ, ਤੁਸੀਂ ਆਪਣੀ ਪੁਰਾਣੀ ਜ਼ਿੰਦਗੀ ਨੂੰ ख़त्म कर रहे हो, तुसी अपनी नवी जिंदगी शुरू कर रहे हो अकॉर्डिंग टू द बुक ऑफ लॉ, अकॉर्डिंग टू द बाइबल, अकॉर्डिंग टू द स्क्रिप्चर, अकॉर्डिंग टू द वर्सेस, अकॉर्डिंग टू द लाइफ, द परमेश्वर जिस जिंदगी के बारे बयान कर रहे हैं उहदे थ्रू तुसी ये सारे काम कर रहे हो। फिर एक भी एक बड़ा इंपॉर्टेंट वाचा है, एक बहुत कॉवेनेंट, एक बहुत बड़ा प्रॉमिस है, एक बहुत बड़ा लॉ है, हुक्म है जो साडे जीवन नाल जुड़ना बहुत ज़्यादा जरूरी है, जिन्होंने असीं कह सके कि प्रभु जी अगर मैं अपनी ज़िंदगी नूं तेरे नाल जोड़दा पिया हाँ, अगर मैं अपनी ज़िंदगी नूं बहुताई दे नाल तेरे नाल बताना चाह रहे हैं, तेरे नाल अपनी ज़िंदगी कनैक्ट करना चाह रहे हैं, प्रभु जी कोई इदां दा हुक्म ना रहे जो मेरे जीवन से पूरा ना हो सके, मैं उन्होंने भी पूरा कर सकां। देखिए यही एक पार्ट है कि ਤੁਹਾਡੀ ਸਾਰੀ ਜ਼ਿੰਦਗੀ ਪਰਮੇਸ਼ਵਰ ਦੇ ਨਾਲ ਜੁੜ ਸਕੇ, ਤੁਹਾਡੀ ਸਾਰੀ ਜ਼ਿੰਦਗੀ ਪਰਮੇਸ਼ਵਰ ਦੇ ਨਾਲ ਗੱਲਬਾਤ ਕਰ ਸਕੇ। ਦੇਖिए ਇਹਦੇ ਫਿਊ ਟਿਪਸ ਨੇ, ਕੋਈ ਪੁਆਇੰਟਸ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਬੈਪਟਿਜ਼ਮ ਦੇ ਬਾਰੇ ਤੁਸੀਂ ਰੈਡੀ ਕਿੱਦਾਂ ਹੋ ਸਕਦੇ ਹੋ, ਬੈਪਟਿਜ਼ਮ ਦੇ ਬਾਰੇ ਤੁਸੀਂ ਆਪਣੇ ਜੀਵਨ ਦੇ ਵਿੱਚ ਇਹਨੂੰ ਪ੍ਰਣ ਕਿੱਦਾਂ ਕਰ ਸਕੇ, ਇਹਨੂੰ ਤੈਅ ਕਿੱਦਾਂ ਕਰ ਸਕਦੇ ਹੋ ਅਕੋਰਡਿੰਗ ਟੂ ਦ ਹੋਲੀ ਬਾਈਬਲ, ਅਕੋਰਡਿੰਗ ਟੂ ਦ ਸਕ੍ਰਿਪਚਰ, ਪ੍ਰਭੂ ਦੇ ਤੋੜੇ ਦੇ ਜ਼ਰੀਏ, ਪ੍ਰਭੂ ਦੇ ਵਚਨ ਦੇ ਜ਼ਰੀਏ ਪਰਮੇਸ਼ਵਰ ਇੱਕ ਚੀਜ਼ ਬਿਆਨ ਕਰਦਾ। ਪਹਿਲਾ ਪੁਆਇੰਟ ਧਿਆਨ ਨਾਲ सुनना है कि असी परमेश्वर की एक बहुत वड्डा कोवेनेंट है, बहुत वड्डा प्रॉमिस है, तो प्रभु के वचन च लिखा है पहला परमेश्वर ने इस दुनिया तो सानू अलग किया है। परमेश्वर ने जो असी प्रभु के विच होंदे, प्रभु कहते हैं कि मैं तुहानू इस दुनिया के विच अलग की, क्योंकि मैं तुहानू इस दुनिया चों खरीदिया है ना, उन्हें बड़ी हैवी प्राइस पे की है। तो असी जो इस तो अलग हो जाते हाँ तो असी उहदे एक प्रॉमिस दे विच तब्दील हाँ, उहदे जिहड़े वायदे दे विच तब्दील हाँ, तो सानू उहदे पर्पस नू पूरा करना बहुत ज़्यादा जरूरी है। उस वेले तुसी अपने जीवन नू तय कर सकते, प्रण कर सकते हो कि प्रभु जी सचमुच तू मेरे जीवन में बदलिया है, सचमुच प्रभु जी तू मैनू एक नवी खुशी प्रदान की है, सचमुच प्रभु जी तू मैनू एक नवा हौसला बख्शिया है, प्रभु जी मैं हुण अपने जीवन को तेरे वाल होर अगे लैके जा रहे हैं। देखिए इसे प्रोग्राम के माध्यम के नाल, इसे प्रोग्राम के जरिए तुहाडा हर एक स्टैप जिहड़ा स्पिरिचुअल जर्नी का, तुहाडा आत्मिक जीवन का जिहड़ा चाल है, तुहाडा मूवमेंट है, प्रभु के नाल हमेशा जुड़ सके और इंक्रीज़ हो सके और वाधे दे विच आ सके, बहुताई दे नाल अगे आ सके। ये साडा जिहड़ा जीवन है असी इनू बहुत अगे तक लैके जा सकीए। फिर तुहाडे अंदर में फीलिंग आ सकती कि नहीं प्रभु दे इस वचन नूं भी मैं अपने जीवन दे विच पूरा करा। दूजा पॉइंट, ਜਦੋਂ ਤੁਸੀਂ ਬਪਤਿਸਮੇ ਦੇ ਲਈ ਆਪਣੇ ਆਪ ਨੂੰ ਤਿਆਰ ਕਰਨਾ
ਤਿਆਰੀ ਦੇ ਵਿੱਚ ਸੋਚ ਰਹੇ ਹੋ, ਤਿਆਰ ਕਰਨਾ ਜਾ ਰਹੇ ਹੋ, ਤੁਸੀਂ ਇੱਕ ਗੱਲ ਹੋਰ ਯਾਦ ਰੱਖ ਸਕਦੇ ਹੋ ਕਿ ਪਰਮੇਸ਼ਵਰ ਦੇ ਇਸ ਹੁਕਮ ਨੂੰ ਪਾਲਨ ਕਰਨ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਇੱਕ ਨਵਾਂ ਰਸਤਾ ਹੋਰ ਖੁੱਲ੍ਹਦਾ ਹੈ। ਤੁਹਾਡੇ ਜੀਵਨ ਦੇ ਵਿੱਚ ਇੱਕ ਨਈ ਹੋਪ, ਨਵੀਂ ਆਸ, ਨਵੀਂ ਹੋਰ ਖੁੱਲ੍ਹਦੀ ਹੈ। ਉਹ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਪਰਮੇਸ਼ਵਰ ਯਿਸੂ ਮਸੀਹ ਨੇ ਜਦੋਂ ਬਪਤਿਸਮਾ ਲਿਆ ਤਾਂ ਉਹਦਾ ਖਾਂਸ਼ ਖੁੱਲ੍ਹ ਕੇ ਇਹ ਮੇਰਾ ਪਿਆਰਾ ਪੁੱਤ ਜਿਸ ਤੋਂ ਮੈਂ ਖੁਸ਼ ਹਾਂ, ਪ੍ਰਸੰਨ ਹਾਂ। ਜਦੋਂ ਪਰਮੇਸ਼ਵਰ ਖੁਸ਼ ਹੁੰਦਾ ਹੈ, ਪਰਮੇਸ਼ਵਰ ਇੱਕ ਬਹੁਤ ਅੱਛੇ ਗਿਫਟਸ ਪ੍ਰਦਾਨ ਕਰਦਾ ਹੈ। ਪਰਮੇਸ਼ਵਰ ਆਪਣੀ ਆਤਮਿਕ ਗਿਫਟਸ ਦੇ ਨਾਲ ਸਾਨੂੰ ਪ੍ਰਦਾਨ ਦਿੰਦਾ ਹੈ, ਸਾਨੂੰ ਇੱਕ ਨਵੀਂ ਸੋਚ, ਗਿਆਨ, ਅਕਲ ਅਤੇ ਬੁੱਧੀ ਦਿੰਦਾ ਹੈ। ਦੇਖਿਏ ਇੱਕ ਜਦੋਂ ਤੁਸੀਂ ਬਪਤਿਸਮੇ ਨਾਲ ਆਪਣੇ ਆਪ ਨੂੰ ਜਦੋਂ ਕਨੈਕਟ ਕਰਨ ਦੀ ਸੋਚਦੇ ਹੋ, ਇਹਨੂੰ ਪੂਰਾ ਕਰਨ ਦੀ ਸੋਚ ਹੋ, ਪਰਮੇਸ਼ਵਰ ਤੁਹਾਨੂੰ ਐਜ਼ ਅ ਗਿਫਟ ਦੇ ਵਿੱਚ ਤੁਹਾਨੂੰ ਬਹੁਤ ਵੱਡੇ ਚੀਜ਼ਾਂ ਦਿੰਦਾ ਜਦੋਂ ਤੁਸੀਂ ਉਹਦੇ ਹੁਕਮ ਨੂੰ ਮੰਨਦੇ ਹੋ, ਜਦੋਂ ਤੁਸੀਂ ਓਬੀਡੀਐਂਟ ਹੁੰਦੇ ਹੋ, ਤੁਸੀਂ ਆਗਿਆ ਦੇ ਵਿੱਚ ਆ ਜਾਂਦੇ ਹੋ। ਫਿਰ ਤੁਹਾਡੇ ਜੀਵਨ ਦੇ ਵਿੱਚ ਹੋਰ ਤੁਹਾਨੂੰ ਪਰਮੇਸ਼ਵਰ ਔਰ ਇਨਹੈਂਸ ਕਰਦਾ ਹੈ, ਤੁਹਾਨੂੰ ਹੋਰ ਖੂਬਸੂਰਤ ਬਣਾਉਂਦਾ ਹੈ, ਤੁਹਾਡੀ ਆਤਮਿਕ ਜੀਵਨ ਹੋਰ ਖੂਬਸੂਰਤ ਬਣਾਉਂਦਾ, ਕਿਉਂਕਿ ਪਰਮੇਸ਼ਵਰ ਨੇ ਇਨਸਾਨ ਦੇ ਲਈ ਸਭ ਕੁਝ ਰੱਖਿਆ ਹੈ। ਪਰ ਜਿਹੜੇ ਸਟੈਪਸ ਪ੍ਰਭੂ ਦੇ ਵਚਨ ਦੱਸ ਰਿਹਾ ਹੈ, ਪ੍ਰਭੂ ਦੇ ਤੋੜਾ ਦੱਸ ਰਿਹਾ ਸੀ, ਉਸ ਚੀਜ਼ ਨੂੰ ਫੁੱਲਫਿਲ ਕਰੀਏ, ਉਸ ਚੀਜ਼ ਨੂੰ ਪੂਰਾ ਕਰੀਏ, ਉਸ ਚੀਜ਼ ਨੂੰ ਆਪਣੇ ਜੀਵਨ ਦੇ ਵਿੱਚ ਗ੍ਰਹਿਣ ਕਰੀਏ, ਉਸ ਚੀਜ਼ ਨੂੰ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਹਾਸਲ ਕਰਨ ਦੀ ਇੱਕ ਚਾਹ ਰੱਖੀਏ, ਇੱਕ ਖੁਸ਼ੀ ਦੇ ਨਾਲ, ਇੱਕ ਜੋਸ਼ ਦੇ ਨਾਲ, ਕਿ ਜਾਗਰਿਤੀ ਨਾਲ, ਕਿ ਪ੍ਰਭੂ ਜੀ ਮੇਰੇ ਜੀਵਨ ਦੇ ਵਿੱਚ ਜੋ ਇਹ ਸੰਸਾਰ ਨਹੀਂ ਦੇ ਸਕਦੀ, ਪ੍ਰਭੂ ਤੇਰਾ ਵਚਨ ਦੇ ਸਕਦਾ ਹੈ, ਪ੍ਰਭੂ ਤੇਰਾ ਤੋੜਾ ਦੇ ਸਕਦਾ ਹੈ, ਪ੍ਰਭੂ ਜੀ ਤੇਰੀ ਗੱਲਬਾਤ ਦੇ ਸਕਦੀ ਹੈ, ਪ੍ਰਭੂ ਤੇਰਾ ਪਿਆਰ, ਤੇਰਾ ਉਪਕਾਰ ਦੇ ਸਕਦਾ ਹੈ। ਪ੍ਰਭੂ ਜੀ ਉਹੀ ਅਸੀਂ ਉਸ ਜ਼ਰੀਏ ਜਦੋਂ ਅਸੀਂ ਕਮਾਂਡ ਨੂੰ ਪੂਰਾ ਕਰਦੇ ਹਾਂ, ਉਹ ਫੁੱਲਫਿਲ ਜਦੋਂ ਹੁੰਦਾ ਹੈ, ਫਿਰ ਦੁਨੀਆ ਸਾਨੂੰ ਨਹੀਂ ਦੇ ਸਕਦੀ, ਪਰ ਪਰਮੇਸ਼ਵਰ ਉਹ ਸਭ ਕੁਝ ਦਿੰਦਾ ਹੈ। ਫਿਰ ਅਸੀਂ 4 ਲੋਕਾਂ ਦੇ ਵਿੱਚ ਇੱਕ ਜ਼ਿੰਦਾ ਗਵਾਹੀ ਬਣਦੇ ਹਾਂ, ਐਜ਼ ਅ ਲਿਵਿੰਗ ਟੈਸਟੀਮਨੀ। ਤੀਜਾ ਪੁਆਇੰਟ, ਜਦੋਂ ਤੁਸੀਂ ਪਰਮੇਸ਼ਵਰ ਦੇ ਨਾਲ ਬਪਤਿਸਮੇ ਲਈ ਤਿਆਰ ਹੁੰਦੇ ਹੋ, ਇੱਕ ਹੋਰ ਗੱਲ ਯਾਦ ਰੱਖੀਏ, ਪਰਮੇਸ਼ਵਰ ਨੇ ਤੁਹਾਡੇ ਲਾਈਫ ਨੂੰ ਇੱਕ ਬਹੁਤ ਵੱਡੇ ਪਰਪਸ ਦੇ ਵਿੱਚ ਤਬਦੀਲ ਕੀਤਾ ਹੋਇਆ ਹੈ। ਉਹਦਾ ਇੱਕ ਪਰਪਸ ਹੈ ਤੁਹਾਡੀ ਲਾਈਫ ਦੇ ਲਈ। ਇਹ ਗੱਲ ਯਾਦ ਰੱਖਿਏ, ਤੁਸੀਂ ਔਰ ਅਸੀਂ ਇਸ ਦੁਨੀਆ ਦੇ ਵਿੱਚ ਅਚਾਨਕ ਦੇ ਨਾਲ ਨਹੀਂ ਹੈ, ਹੈ ਨਾ। ਸਾਡਾ ਇੱਥੇ ਪੈਦਾ ਹੋਣਾ, ਇਸ ਦੁਨੀਆ 'ਤੇ ਆਉਣਾ ਇੱਕ ਐਕਸੀਡੈਂਟ ਨਹੀਂ ਹੈ। ਸਾਡਾ ਇਸ ਦੁਨੀਆ 'ਤੇ ਆਉਣਾ ਇੱਕ ਬਹੁਤ ਵੱਡੇ ਪਰਪਸ ਨੂੰ ਫੁੱਲਫਿਲ ਕਰਨਾ ਹੈ। ਉਹ ਪਰਪਸ ਹੈ ਕਿ ਪਰਮੇਸ਼ਵਰ ਦੀ ਸੇਵਾ ਨੂੰ ਫੁੱਲਫਿਲ ਕਰਨਾ, ਪਰਮੇਸ਼ਵਰ ਦੇ ਉਪਕਾਰ ਨੂੰ ਆਪਣੇ ਜੀਵਨ 'ਚ ਲੈ ਕੇ 4 ਲੋਕਾਂ 'ਚ ਵੰਡ ਸਕੀਏ, ਲੋਕਾਂ ਨੂੰ ਦੱਸ ਸਕੀਏ ਕਿ ਪਰਮੇਸ਼ਵਰ ਕਿੰਨਾ ਭਲਾ ਹੈ। ਦੇਖਿਏ, ਜਦੋਂ ਤੁਸੀਂ ਇਸ ਆਗਿਆ ਦੇ ਵਿੱਚ ਫੁੱਲਫਿਲ ਹੁੰਦੇ, ਜਦੋਂ ਤੁਹਾਡੇ ਜੀਵਨ 'ਚ ਗਿਫਟਸ ਪਰਮੇਸ਼ਵਰ ਦਿੰਦਾ ਹੈ, ਜਦੋਂ ਤੁਹਾਡੇ ਜੀਵਨ ਦੇ ਵਿੱਚ ਆਤਮਿਕ ਜੀਵਨ ਨਾਲ ਤੁਸੀਂ ਭਰਪੂਰ ਹੋ ਜਾਂਦੇ ਹੋ, ਉਸ ਵੇਲੇ ਪਰਮੇਸ਼ਵਰ ਤੁਹਾਡੀ ਜ਼ਿੰਦਗੀ ਨੂੰ ਇਸਤੇਮਾਲ ਕਰਦਾ ਹੈ। ਤੁਸੀਂ ਖੁਸ਼ੀ ਦੇ ਨਾਲ 4 ਲੋਕਾਂ 'ਚ ਖੜੇ ਹੁੰਦੇ ਹੋ, ਉੱਥੇ 4 ਲੋਕਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ। ਤੁਸੀਂ ਉਸੇ ਪਿਆਰ ਉਪਕਾਰ ਦੇ ਨਾਲ 4 ਲੋਕਾਂ ਨਾਲ ਗੱਲਬਾਤ ਕਰਦੇ ਹੋ, ਉਸ ਵੇਲੇ 4 ਲੋਕਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ। ਉਸੇ ਖੁਸ਼ੀ ਦੇ ਨਾਲ ਤੁਸੀਂ ਪਰਮੇਸ਼ਵਰ ਦੇ ਨਾਲ ਜਦੋਂ ਲੋਕਾਂ ਨਾਲ ਪ੍ਰਭੂ ਦੇ ਵਚਨ ਦੇ ਨਾਲ ਗੱਲਬਾਤ ਕਰਦੇ ਹੋ, ਉਸ ਵੇਲੇ ਉਹਨਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ, ਉਸ ਵੇਲੇ ਪਰਪਸ ਫੁੱਲਫਿਲ ਹੁੰਦਾ ਹੈ। ਇਹੀ ਸਾਡਾ ਇੱਕ ਜ਼ਰੀਆ ਹੈ ਜਦੋਂ ਤੁਸੀਂ ਆਪਣਾ ਕਨੈਕਟ ਕਰਦੇ ਆਗਿਆ ਦੇ ਵਿੱਚ ਆਉਂਦੇ ਹੋ। ਕੱਲੀ ਤੁਹਾਡੀ ਜ਼ਿੰਦਗੀ ਨਹੀਂ, ਤੁਹਾਡੇ ਬੱਚਿਆਂ ਦੀ ਜ਼ਿੰਦਗੀ, ਤੁਹਾਡੇ ਫੈਮਿਲੀ ਮੈਂਬਰਸ, ਤੁਹਾਡੇ ਰਿਲੇਟਿਵਸ, ਤੁਹਾਡੇ ਫਰੈਂਡ ਸਰਕਲ, ਤੁਹਾਡੇ ਜਿਹੜੇ ਵੀ ਕੋਵਰਕਰਸ ਨੇ, ਤੁਹਾਡੇ ਕੰਪੈਨੀਅਨਸ ਨੇ, ਤੁਹਾਡੇ ਯਾਰ ਦੋਸਤ ਮਿੱਤਰ, ਸਾਰਿਆਂ ਦੀ ਜ਼ਿੰਦਗੀ ਪ੍ਰਭੂ ਤਬਦੀਲ ਕਰਨ ਦੀ ਹਿੰਮਤ ਰੱਖਦਾ ਤੁਹਾਡੇ ਜ਼ਰੀਏ, ਕਿਉਂਕਿ ਤੁਸੀਂ ਇਹਨੂੰ ਪ੍ਰਣ ਕੀਤਾ ਹੈ, ਤੁਸੀਂ ਇਹਨੂੰ ਫੁੱਲਫਿਲ ਕਰਨ ਦੀ ਇੱਕ ਇੱਛਾ ਰੱਖੀ ਹੈ, ਤੁਸੀਂ ਇਹਨੂੰ ਆਪਣੀ ਜ਼ਿੰਦਗੀ 'ਚ ਅੱਗੇ ਵਧਾਉਣ ਦੀ ਇੱਛਾ ਰੱਖੀ ਹੈ। ਤੁਸੀਂ ਪਰਮੇਸ਼ਵਰ ਦੀ ਸਾਰੀ ਜੀਵਨ ਨੂੰ, ਪਰਮੇਸ਼ਵਰ ਦੀ ਜਦੋਂ ਸਿੱਖਿਆ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਲੈਂਦੇ ਹਾਂ, ਸਮਝਦੇ ਹਾਂ, ਪਰਮੇਸ਼ਵਰ ਇੱਕ ਬਹੁਤਾਈ ਦੀ ਜ਼ਿੰਦਗੀ ਦਿੰਦਾ ਹੈ। ਉਸ ਕਲੇਸ਼ ਦੇ ਵਿੱਚ ਵੀ ਰੱਬ ਬਰਕਤ ਦੇ ਸਕਦਾ ਹੈ, ਉਸ ਕਲੇਸ਼ ਨੂੰ ਪਰਮੇਸ਼ਵਰ ਤਬਦੀਲ ਕਰ ਸਕਦਾ ਹੈ, ਉਸ ਮੁਸ਼ਕਿਲ ਨੂੰ ਵੀ ਤਬਦੀਲ ਕਰ ਸਕਦਾ ਹੈ ਜਦੋਂ ਅਸੀਂ ਆਪਣੀ ਮੁਸ਼ਕਿਲਾਂ ਆਪਣੇ ਜੀਵਨ 'ਚ ਦੇਖਦੇ ਹਾਂ, ਕਿਉਂਕਿ ਅਸੀਂ ਪਰਮੇਸ਼ਵਰ ਦੇ ਇੱਕ ਓਬੀਡੀਐਂਟ ਹਾਂ। ਪਰਮੇਸ਼ਵਰ ਦੇ ਵਿੱਚ ਉਸ ਓਬੀਡੀਐਂਸ ਨੂੰ ਪੂਰਾ ਕਰ ਰਹੇ, ਉਸ ਬੈਪਟਿਜ਼ਮ ਨੂੰ ਪੂਰਾ ਕਰ ਰਹੇ, ਬਪਤਿਸਮੇ ਦੇ ਪਾਠ ਨੂੰ ਪੂਰਾ ਕਰ ਰਹੇ ਕਿ ਸਾਡਾ ਜੀਵਨ ਪ੍ਰਭੂ ਜੀ ਤੇਰੇ ਨਾਲ ਹਮੇਸ਼ਾ ਜੁੜ ਸਕੇ। ਆਹੀ ਇੱਕ ਜ਼ਰੀਆ ਹੈ ਜਿਹਨੂੰ ਅਸੀਂ ਕਹਿ ਸਕੀਏ ਬਾਪ ਬੇਟੇ ਪਾਕ ਰੂਹ ਦੇ ਨਾਂ ਦੇ ਵਿੱਚ ਪ੍ਰਭੂ ਜੀ ਅਸੀਂ ਬੈਪਟਿਜ਼ਮ ਲੈਂਦੇ ਹਾਂ। ਪ੍ਰਭੂ ਜੀ ਮੈਂ ਬੈਪਟਿਜ਼ਮ ਲੈਂਦਾ ਹਾਂ, ਪ੍ਰਭੂ ਜੀ ਇਸ ਵਚਨ ਨੂੰ ਮੈਂ ਪੂਰਾ ਕਰਦਾ ਹਾਂ, ਪ੍ਰਭੂ ਜੀ ਇਸ ਹੌਸਲੇ ਨੂੰ ਮੈਂ ਪੂਰਾ ਕਰਦਾ ਹਾਂ, ਪ੍ਰਭੂ ਜੀ ਇਸ ਸਾਰੀ ਗੱਲਾਂ ਨੂੰ ਮੈਂ ਪੂਰਾ ਕਰਦਾ ਹਾਂ, ਪ੍ਰਭੂ ਜੀ ਇਸ ਸਾਰੇ ਪਾਠ ਨੂੰ ਆਪਣੇ ਜੀਵਨ ਦੇ ਵਿੱਚ ਇਕੱਠਾ ਕਰਕੇ ਮੈਂ ਆਪਣੇ ਜੀਵਨ 'ਚ ਰੱਖਦਾ ਹਾਂ, ਕਿਉਂਕਿ ਪ੍ਰਭੂ ਜੀ ਤੇਰਾ ਵਚਨ ਸੱਚਾ ਹੈ ਔਰ ਤੇਰਾ ਵਚਨ ਦਲੇਰੀ ਦਿੰਦਾ ਹੈ। ਦੇਖिए ਕਿੰਨਾ ਭਲਾ ਪਰਮੇਸ਼ਵਰ ਹੈ।
ਤੁਹਾਨੂੰ ਇਸੇ ਪ੍ਰੋਗਰਾਮ ਦੇ ਜ਼ਰੀਏ ਪਰਮੇਸ਼ਰ ਨੇ ਇੱਕ ਨਵੀਂ ਗੱਲ ਸਿੱਖਣ ਦਾ ਮੌਕਾ ਦਿੰਦਾ ਹੈ। ਦੇਖिए ਪਰਮੇਸ਼ਰ ਦਾ ਜਿਹੜਾ ਵਚਨ ਹੈ ਇਹ ਹਮੇਸ਼ਾ ਸਾਨੂੰ ਕਲੀਅਰ ਕਰਦਾ ਹੈ, ਸਾਨੂੰ ਹੌਸਲਾ ਦਿੰਦਾ ਹੈ ਕਿ ਅਸੀਂ ਫਿਰ ਦੁਬਾਰਾ ਪ੍ਰਭੂ ਦੇ ਨਾਲ ਜੁੜ ਸਕੀਏ, ਉਹਦੇ ਨਾਲ ਗੱਲਬਾਤ ਕਰ ਸਕੀਏ, ਫਿਰ ਉਹਦੇ ਨਾਲ ਆਪਣੇ ਸੋਚ, ਆਪਣੇ ਸਾਰੇ ਵਿਚਾਰ, ਆਪਣੇ ਸਾਰੇ ਖਿਆਲਾਤ ਨੂੰ ਪ੍ਰਭੂ ਦੇ ਨਾਲ ਜੋੜ ਸਕੀਏ। ਦੇਖिए ਤਾਂ ਹੀ ਅਸੀਂ ਪ੍ਰਭੂ ਦੇ ਵਿੱਚ ਬੈਪਟਿਜ਼ਮ ਲੈਂਦੇ ਹਾਂ, ਆਪਣਾ ਪੁਰਾਣਾ ਇਨਸਾਨ ਨੂੰ ਖਤਮ ਕਰੀਏ, ਇੱਕ ਨਵਾਂ ਇਨਸਾਨ ਪੈਦਾ ਹੋਵੇ, ਤੁਸੀਂ ਪੈਦਾ ਹੋ ਸਕੋ ਕਿ ਤੁਹਾਡੇ ਨਾਲ ਜਿੰਨੇ ਹੋਰ ਲੋਕ ਹੈ ਉਹ ਮਸੀਹ ਦੀ ਖੁਸ਼ੀ ਦੇ ਵਿੱਚ ਪੈਦਾ ਹੋ ਸਕਣ, ਪਰਮੇਸ਼ਰ ਦੇ ਉਪਕਾਰ ਦੇ ਵਿੱਚ ਪੈਦਾ ਹੋ ਸਕਣ, ਮੋਕਸ਼ ਨਿਰਮਾਣ ਸਲਵੇਸ਼ਨ ਉਹਨਾਂ ਦੇ ਜੀਵਨ 'ਚ ਆ ਸਕੇ, ਡਿਲੀਵਰੈਂਸ ਦਾ ਹਿੱਸਾ ਉਹਨਾਂ ਦਾ ਜੀਵਨ ਬਣ ਸਕੇ ਔਰ ਪਰਮੇਸ਼ਰ ਉਹਨਾਂ ਨਾਲ ਚੱਲ ਸਕੇ, ਪਰਮੇਸ਼ਰ ਦੀ ਖੁਸ਼ੀ ਨਾਲ ਚੱਲ ਸਕੇ। ਕਿ ਇਹੀ ਪਰਮੇਸ਼ਰ ਸਾਨੂੰ ਇਸ ਵਚਨ ਜ਼ਰੀਏ ਸਿਖਾਉਂਦਾ ਹੈ। ਹੋ ਸਕਦਾ ਕਿ ਤੁਸੀਂ ਪਰਮੇਸ਼ਰ ਦੇ ਵਿੱਚ ਜਦੋਂ ਅੱਗੇ ਵੱਧਦੇ ਹੋ ਤੁਹਾਡੀ ਲਾਈਫ ਪਰਮੇਸ਼ਰ ਇੰਨੀ ਬਹੁਤਾਈ ਨਾਲ ਅੱਗੇ ਲੈ ਕੇ ਜਾਵੇ ਕਿ ਤੁਹਾਡੇ ਸਾਰੇ ਕੰਮ ਪ੍ਰਭੂ ਯੀਸ਼ੂ ਮਸੀਹ ਦੇ ਨਾਂ 'ਚ ਪੂਰੇ ਹੋ ਸਕਣ। ਤੁਹਾਡਾ ਸਾਰਿਆਂ ਦਾ ਅਸੀਂ ਥੈਂਕ ਯੂ ਕਰਦੇ ਹਾਂ। ਫਿਰ ਦੁਬਾਰਾ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ, ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਤੁਹਾਡੀਆਂ ਦੁਆਵਾਂ, ਤੁਹਾਡੀ ਪ੍ਰਾਰਥਨਾ ਦੇ ਜ਼ਰੀਏ ਅਸੀਂ ਪਰਮੇਸ਼ਰ ਦੇ ਵਚਨ ਨੂੰ ਵੰਡਦੇ ਪਏ ਹਾਂ, ਪਰਮੇਸ਼ਰ ਦੇ ਇਸ ਤੋੜੇ ਨੂੰ ਲੋਕਾਂ ਤੱਕ ਫੈਲਾਉਂਦੇ ਪਏ ਹਾਂ, ਦੱਸਦੇ ਪਏ ਹਾਂ, ਹੌਸਲਾ ਦਿੰਦੇ ਪਏ ਹਾਂ। ਤੁਹਾਡੇ ਸਾਰੇ ਪਿਆਰ, ਤੁਹਾਡੀ ਸਾਡੀ ਪ੍ਰਾਰਥਨਾ ਦਾ ਅਸੀਂ ਬਹੁਤ ਥੈਂਕ ਯੂ ਕਰਦੇ ਹਾਂ। ਫਿਰ ਦੁਬਾਰਾ ਅਗਰ ਤੁਹਾਡੀ ਜ਼ਿੰਦਗੀ 'ਚ ਕੋਈ ਵੀ ਸਵਾਲ ਹੈ, ਕੋਈ ਸ਼ੱਕ ਪੈਦਾ ਹੁੰਦਾ ਹੈ ਪਰਮੇਸ਼ਰ ਨਾਲ ਕਨੈਕਟ ਹੋਣ ਦੇ ਲਈ, ਤੁਸੀਂ ਜ਼ਰੂਰ ਪੁੱਛੋ। ਸਾਡੀ ਵੈਬਸਾਈਟ ਹੈ www.rayofhopechurch.org। ਇਸ ਰੱਬ ਨਾਲ ਮੇਲ ਪ੍ਰੋਗਰਾਮ ਦੇ ਜ਼ਰੀਏ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ। ਅਸੀਂ ਫਿਰ ਦੁਬਾਰਾ ਹਰ ਹਫਤੇ ਇੱਕ ਨਵੇਂ ਸਵਾਲ ਦੇ ਨਾਲ, ਇੱਕ ਨਵੇਂ ਜੋਸ਼ ਦੇ ਨਾਲ, ਇੱਕ ਨਵੀਂ ਸ਼ਾਂਤੀ, ਇੱਕ ਨਵੀਂ ਪੀਸ, ਇੱਕ ਨਵੀਂ ਜਾਗਰਤੀ ਦੇ ਨਾਲ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ, ਤੁਹਾਡੇ ਨਾਲ ਗੱਲਬਾਤ ਕਰਾਂਗੇ। ਪਰਮੇਸ਼ਰ ਤੁਹਾਨੂੰ ਬਹੁਤਾਈ ਦੀ ਜ਼ਿੰਦਗੀ ਦੇ ਸਕੇ, ਪਰਮੇਸ਼ਰ ਤੁਹਾਡੇ ਬੱਚਿਆਂ ਨੂੰ, ਤੁਹਾਡੇ ਫੈਮਿਲੀ ਨੂੰ, ਤੁਹਾਡੇ ਰਿਲੇਟਿਵ ਸਾਰਿਆਂ ਨੂੰ ਬਹੁਤਾਈ ਦੀ ਜ਼ਿੰਦਗੀ ਦੇ ਸਕੇ, ਕਿਸੇ ਦੀ ਚੀਜ਼ ਦੀ ਤੁਹਾਨੂੰ ਕਮੀ ਨਾ ਹੋ ਸਕੇ, ਕਿਉਂਕਿ ਪਰਮੇਸ਼ਰ ਦਾ ਪਿਆਰ, ਪਰਮੇਸ਼ਰ ਦੀ ਗ੍ਰੇਸ, ਪਰਮੇਸ਼ਰ ਦੀ ਕਰੁਣਾ ਹਮੇਸ਼ਾ ਜੁਗ ਜੁਗ ਸਾਡੀ ਜ਼ਿੰਦਗੀ ਨਾਲ ਜੁੜੀ ਹੋਈ ਹੈ। ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਤੁਹਾਡਾ ਸਾਰਿਆਂ ਦਾ ਥੈਂਕ ਯੂ ਕਰਦੇ ਹਾਂ ਔਰ ਤੁਹਾਨੂੰ ਸਾਰਿਆਂ ਨੂੰ ਅਸੀਂ ਪ੍ਰੇਜ਼ ਲਾ ਜੈ ਮਸੀਹ ਕਹਿੰਦੇ ਹਾਂ।